मैं बहुत खुश हुई थी, बिल्कुल एक्सपेक्टेड नहीं था रिजल्ट, बट बहुत खुशी हुई थी सुन के कि आया है फाइनली। मेहनत मेरी सफल हुई है, किसी रैंक पे मुझे मतलब खुशी मिली मुझे। ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਹਿਸਟਰੀ ਦੇ ਵਿੱਚ ਇੰਟਰਸਟ ਸੀਗਾ, ਜੀਓਗ੍ਰਾਫੀ ਦੇ ਵਿੱਚ ਇੰਟਰਸਟ ਸੀਗਾ, ਕੰਪਿਊਟਰ ਦੇ ਵਿੱਚ ਲੌਜੀਕਲ ਰੀਜ਼ਨਿੰਗ ਦੇ ਵਿੱਚ ਇੰਟਰਸਟ ਸੀ, ਫਿਰ ਮੈਡੀਕਲ ਲਾਈਨ ਦੇ ਵਿੱਚ ਜਾਣ ਦਾ ਕਿਵੇਂ ਸੋਚਿਆ? मेडिकल लाइन मेरे लिए हमेशा एक प्रोफेशन, एक सब्जेक्ट, पैशन और इंटरेस्ट से क्रिएट हुआ है। बायो मेरे लिए एक इंटरेस्टिंग स्टार्टिंग से ही थी। 6th स्टैंडर्ड में बायो सबसे पहले लगी और बायो की बुक सबसे अच्छी रही। पैशन मेरा बना क्योंकि घर में सभी थे, तो वो लगता था कि आज जैसे डॉक्टर्स के लिए मेरी रिस्पेक्ट बहुत बड़ी हुई थी स्टार्टिंग से, और इंस्पिरेशन तो ऑफ कोर्स घर वालों से ही मिली। तो एक वो पैशन बन गया अंदर से कि बनना है, मेडिकल में जाना है। मम्मा जब कभी कभार दवाई देते हैं किसी पेशेंट को, या पापा कभी कभार देते हैं, तो ऑलवेज आस्क कि आप क्या कर रहे हो, कैसे आता है ये सब कुछ। दादू कभी कभार मुझे कुछ बताते हैं कि ऐसे कर, नेक को कर, ऐसे ठीक हो जाएगी तेरी नेक। तो हमेशा पूछती हूँ यहाँ पे क्या इन्वॉल्वमेंट है, मतलब क्या आप इसके पीछे तोड़ क्या जो आप निकालते हो। तो फिर उसके कारण वो एक इंटरेस्ट बनता रहता है अंदर ही अंदर। एक थ्योरेटिकल सब्जेक्ट से निकल के प्रैक्टिकल एसेंस की तरफ हम लोग जाते हैं। ਮੋਟੀਵੇਟ ਕਿਵੇਂ ਕਰਦੇ ਹੋ ਖੁਦ ਨੂੰ ਸਟੱਡੀ ਦੇ ਲਈ? ਕਿਉਂਕਿ ਬਹੁਤ ਵਾਰ ਕਈ ਵਾਰ ਇਦਾਂ ਹੋ ਜਾਂਦਾ ਹੈ ਕਿ ਅਸੀਂ ਕੋਈ ਸਵਾਲ ਹੱਲ ਕਰ ਰਹੇ ਹਾਂ, ਨਹੀਂ ਹੋ ਰਿਹਾ, ਆਪਾਂ ਹਤਾਸ਼ ਹੋ ਜਾਂਦੇ ਹਾਂ। ਖੁਦ ਨੂੰ ਮੋਟੀਵੇਟ ਕਿਵੇਂ ਕਰਦੇ ਹੋ ਕਿ नहीं ਆਪਾਂ ਇਹ चीज़ ਨੂੰ करना है, मैं सफल होना है? अपने आप को डॉक्टर्स की कोर्ट में इमेजिन करके। ਇੱਕਦਮ ਹੀ ਜੋ ਇਤਨੇ ਐਕਸਟ੍ਰੀਮ ਟੀਅਰਸ ਆਫ ਜੋਏ ਕਹ ਲਓ, ਇਸ ਤਰ੍ਹਾਂ ਸਾਰੇ ਅਸੀਂ ਇੱਕ ਵਾਰੀ ਰੋਣ ਹੀ ਲੱਗ ਗਏ ਵੀ ਹਾਂ ਵੀ ਇੰਨੇ ਅੱਛੇ ਮਾਰਕਸ ਆਏ। ਅਸੀਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕੀਤਾ ਆਪਣੀ ਬੇਟੀ ਦੇ ਉੱਤੇ। ਲਕਸ਼ੀ ਦੇ ਵੱਲੋਂ ਖੁਦ ਡਿਸੀਜਨ ਲਿਆ ਗਿਆ ਸੀ ਮੈਡੀਕਲ ਲਾਈਨ 'ਚ ਜਾਣ ਦਾ, ਜਾਂ ਫਿਰ ਤੁਹਾਡੇ ਵੱਲੋਂ ਸੀਗਾ ਕਿ ਸਾਰੀ ਫੈਮਿਲੀ ਮੈਡੀਕਲ ਲਾਈਨ ਦੇ ਵਿੱਚ ਹੈ, ਤੁਸੀਂ ਵੀ ਮੈਡੀਕਲ ਲਾਈਨ ਦੇ ਵਿੱਚ ਜਾਓ? ਨਹੀਂ ਮੈਮ, ਅਸੀਂ ਪ੍ਰੈਸ਼ਰਾਈਜ਼ ਕਦੀ ਨਹੀਂ ਕੀਤਾ। ਉਹਦਾ ਬੱਚੇ ਦਾ ਪਰਸਨਲ ਡਿਸੀਜਨ ਹੁੰਦਾ, ਔਰ ਮੈਨੂੰ ਲੱਗਦਾ ਕਦੀ ਵੀ ਪ੍ਰੈਸ਼ਰਾਈਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿਸੇ ਦਾ ਕਿਸੇ ਬੈਕ ਆਫ ਮਾਈਂਡ ਜੇ ਤੁਸੀਂ ਪ੍ਰੈਸ਼ਰਾਈਜ਼ ਕਰਕੇ ਉਹਨੂੰ ਅੱਜ ਕਰਵਾ ਵੀ ਲਓਗੇ ਕੁਛ, ਉਹਦੇ ਮਨ 'ਚ ਹਮੇਸ਼ਾ ਸਾਰੀ ਜ਼ਿੰਦਗੀ ਰਹੇਗਾ ਜਿਵੇਂ ਉਹਦੇ 'ਚ ਕਰਦੀ ਸ਼ਾਇਦ ਜ਼ਿਆਦਾ ਅੱਛਾ ਪਰਫਾਰਮ ਕਰਦੀ। ਅਤੇ ਇਸ ਕਰਕੇ ਆਪਾਂ ਕਦੀ ਪ੍ਰੈਸ਼ਰਾਈਜ਼ ਨਹੀਂ ਕੀਤਾ। ਜ਼ਿਆਦਾਤਰ ਇਹੀ ਇੰਸਟਰੂਮੈਂਟ ਜਿਹੜੇ ਮੈਡੀਕਲ ਲਾਈਨ ਦੇ ਇੰਸਟਰੂਮੈਂਟਸ ਹੁੰਦੇ ਉਹਨਾਂ ਵਿੱਚ ਇੰਟਰਸਟ ਜ਼ਿਆਦਾ ਦਿਖਾਉਂਦੀ ਸੀਗੀ। ਪੇਸ਼ੈਂਟ ਅਸੀਂ ਕਿੱਦਾਂ ਦੇਖਦੇ ਹਾਂ, ਮਤਲਬ ਜਦੋਂ ਕਲੀਨਿਕ 'ਤੇ ਆਉਂਦੀ ਸੀ ਉਹ ਵੀ ਕੋਸ਼ਿਸ਼ ਕਰਦੀ ਸੀ ਵੀ ਮੈਂ ਵੀ ਇੱਕ ਵਾਰੀ ਮੈਡੀਸਨ ਲਿਖ ਕੇ ਦੇਖਾਂ, ਭਾਵੇਂ ਉਹਨੂੰ ਆਉਂਦਾ ਸੀ ਨਹੀਂ ਆਉਂਦਾ ਸੀ, ਪੈਨ ਫੜ ਲੈਣਾ, ਪੇਪਰ ਫੜ ਲੈਣਾ, ਉੱਥੇ ਮੈਡੀਸਨ ਲਿਖ ਕੇ ਦੇਖਣੀਆਂ। ਬਟ ਉਹ ਸ਼ੁਰੂ ਤੋਂ ਇੰਟਰਸਟ ਇਹਦੇ ਵਿੱਚ ਸ਼ੋ ਕਰ ਰਹੀ ਸੀ। ਤੋਂ ਹੀ ਲੱਗਦਾ ਸੀ ਕਿ ਡਾਕਟਰੀ ਲਾਈਨ ਦੇ ਵਿੱਚ ਉਸ ਵੇਲੇ ਤਾਂ ਲੱਗਦਾ ਹੀ ਸੀਗਾ ਜਦੋਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ। ICSE ਬੋਰਡ ਦੇ ਵੱਲੋਂ 10th ਕਲਾਸ ਦਾ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਤੇ ਪੂਰੇ ਜਲੰਧਰ ਜ਼ਿਲ੍ਹੇ ਦੇ ਵਿੱਚ 98.4% ਲੈ ਕੇ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਪਲਕਸ਼ੀ ਮੇਰੇ ਨਾਲ ਮੌਜੂਦ ਹੈ। ਗੱਲਬਾਤ ਕਰਦੇ ਹਾਂ। ਉੱਥੇ ਹੀ ਜੇ ਪਲਕਸ਼ੀ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਪਰਿਵਾਰ ਮੈਡੀਕਲ ਲਾਈਨ ਦੇ ਵਿੱਚ ਹੈ ਤੇ ਪਲਕਸ਼ੀ ਵੀ ਮੈਡੀਕਲ ਲਾਈਨ ਦੇ ਵਿੱਚ ਹੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ। ਗੱਲਬਾਤ ਕਰਦੇ ਹਾਂ। ਪਲਕਸ਼ੀ, ਜਦੋਂ ਰਿਜ਼ਲਟ ਅਨਾਉਂਸ ਹੋਇਆ ਸੀਗਾ, ਕਿਵੇਂ ਦਾ ਰਿਐਕਸ਼ਨ ਸੀਗਾ? ਜਲੰਧਰ ਦੇ ਵਿੱਚ ਸੈਕਿੰਡ ਆਏ ਹੋ ਤੁਸੀਂ। मैं बहुत खुश हुई थी, बिल्कुल एक्सपेक्टेड नहीं था रिजल्ट, बट बहुत खुशी हुई थी सुन के कि आया है फाइनली। मेहनत मेरी सफल हुई है, किसी रैंक पे मुझे मतलब खुशी मिली मुझे। हाँ जी। ਰਿਜ਼ਲਟ ਤੋਂ ਪਹਿਲਾਂ ਕਿੰਨੀ ਕੁ ਨਰਵਸਨੈਸ ਸੀ? ਕਿਉਂਕਿ ਬਹੁਤ ਵਾਰ ਆਪਾਂ ਵੇਖਦੇ ਹਾਂ ਜਦੋਂ ਰਿਜ਼ਲਟ ਆਉਂਦਾ ਹੈ ਤਾਂ ਸਾਈਟ ਕਈ ਵਾਰ ਹੋ ਜਾਂਦਾ ਹੈ ਕਿ ਹੈਂਗ ਹੋ ਜਾਂਦੀ ਹੈ, ਜਾਂ ਫਿਰ ਕਈ ਵਾਰ ਹੁੰਦਾ ਕਿ ਡਿਲੇ ਹੁੰਦਾ ਰਹਿੰਦਾ ਪ੍ਰੋਸੈਸ ਦੇ ਵਿੱਚ, ਉਦੋਂ ਕਿੰਨੀ ਕੁ ਨਰਵਸਨੈਸ ਦੇਖੀ ਜਾਂਦੀ ਹੈ? हाँ जी, स्टार्टिंग से मतलब हफ्ते से हमारे को फेक डेट्स मिल रही थी। कभी 10 तारीख की आई, कभी 12 तारीख की आई, कभी 13 की आई। 13 को फाइनली काउंसिल ने सर्कुलर दिया कि आपका रिजल्ट कल 3 बजे आ रहा है। तो वो 2 दिन बड़ा टेंस सा माहौल रहा घर के अंदर। मुझे टेंशन थी, जैसे खाना खाने में ध्यान न लगे, उधर पढ़ाई में भी ध्यान न लगे। फाइनली जब 2:30 बजे तो सभी घर पर थे। दादू दादी मम्मा पापा सभी प्रे कर रहे हैं कि अच्छा रिजल्ट आ जाए। 2:55 तक हम सभी ने अपने फ़ोन्स वगैरह ऑन कर लिए थे, और 3 बजे जैसे मैंने अपना रिजल्ट चेक करने के लिए डाला तो 3:02 तक मेरे को मेरा रिजल्ट मिला था। फिर फाइनली जब रिजल्ट पता चला, परसेंटेज कैलकुलेट हुई 3:05 बजे, 3:05 3:15 तक, तो बहुत ज़्यादा मतलब लगा कि अब सारी टेंशन ख़त्म हो गई है एंड नाउ इट्स ऑल गुड। ਸਫਲਤਾ ਦਾ ਕ੍ਰੈਡਿਟ ਕਿਹਨਾਂ ਨੂੰ ਦੇਣਾ ਚਾਹੁੰਦੇ ਹੋ? ਆਪਣੇ ਪਰਿਵਾਰ ਦੇ ਵਿੱਚੋਂ, ਆਪਣੇ ਫਰੈਂਡਸ ਨੂੰ, ਕਿਹਨਾਂ ਨੂੰ ਦੇਣਾ ਚਾਹੁੰਦੇ ਹੋ?
सबसे पहले क्रेडिट भगवान जी को, जिन्होंने हमेशा से ही ऊपर मतलब कृपा बरसाई रखी। सेकेंडली मेरे पेरेंट्स को, मेरे ग्रैंड पेरेंट्स को, मेरे भाई बहनों को, जिन्होंने हमेशा एक जॉयफुल माहौल क्रिएट करके रखा। एक स्टडी वाला माहौल था, डिसिप्लिन थी घर के अंदर। और मेरी टीचर्स को, जिन्होंने मुझे हर जगह पे सपोर्ट किया। मेरी प्रिंसिपल को, जिन्होंने मेरे अंदर भरोसा रखा। एंड ऑफ कोर्स मेरे फ्रेंड्स को, जिन्होंने हमेशा मुझे मोटिवेटेड एंड कॉन्फिडेंट रखा। ਸੈਕਿੰਡ ਆਏ ਹੋ ਤੁਸੀਂ ਪੂਰੇ ਜ਼ਿਲ੍ਹੇ ਦੇ ਵਿੱਚ, ਤੁਹਾਨੂੰ ਕਿਵੇਂ ਪਤਾ ਲੱਗਿਆ, ਉਦੋਂ ਕੀ ਰਿਐਕਸ਼ਨ ਸੀਗਾ ਕਿ ਸਭ ਤੋਂ ਪਹਿਲਾਂ ਕਿਹਦੇ ਨਾਲ ਇਹ ਗੱਲ ਜਿਹੜੀ ਹੈ ਤੁਸੀਂ ਸਾਂਝੀ ਕੀਤੀ ਸੀ? हाँ जी, ये बात मुझे जैसे न्यूज़पेपर वालों का जब फ़ोन आया तो उन्होंने ही मुझे बताया दैट आई एम सेकंड इन द डिस्ट्रिक्ट, क्योंकि पहले तो सिर्फ स्कूल तक था। तो मम्मा बात सुन रहे थे। सबसे पहले ये बात मम्मा को पता चली थी, उसके बाद दादी को, फिर दादू और पापा को बताया था। ਕਿਵੇਂ ਦਾ ਮਾਹੌਲ ਸੀਗਾ ਫਿਰ ਘਰ ਦੇ ਵਿੱਚ, ਕੀ ਕੁਝ ਕਹਿ ਰਹੇ ਸੀ, ਕਿਵੇਂ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਸੀ? सभी बहुत ज़्यादा खुश थे, मतलब सभी को फाइनली आज वो दिन मेरा था आफ्टर 3 months। तो इनके जैसे मेरे भाई बहनों के दोनों के पेपर्स थे, तो दे ऑल्सो स्टडीड एंड आफ्टर स्टडिंग एंड ऑल, तो हम लोगों ने मतलब रात को बाहर गए, घूमे एंड बाकी मिठाई वगैरह खाई एंड ऑल। हाँ जी। ਪਲਾਕਸ਼ੀ ਫੇਵरेट सब्जेक्ट ਕਿਹੜਾ ਤੁਹਾਡਾ? मेरा फेवरेट सब्जेक्ट शुरू से बायोलॉजी रहा है, और केमिस्ट्री, मैथ्स एंड फिजिक्स वो माय फेवरेट्स। और हिस्ट्री में मुझे जब मिडीवियल हिस्ट्री आती थी तो उसमें बहुत इंटरेस्ट था, और ज्योग्राफी में स्पेशली अपनी कंट्री के बारे में पढ़ने को। और कंप्यूटर्स में जब लॉजिकल रीजनिंग आती थी तो उसका मज़ा ही अलग होता था, कंप्यूटरिंग एंड ऑल करने का। हाँ जी। ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਹਿਸਟਰੀ ਦੇ ਵਿੱਚ ਇੰਟਰਸਟ ਸੀਗਾ, ਜਿਓਗ੍ਰਾਫੀ ਦੇ ਵਿੱਚ ਇੰਟਰਸਟ ਸੀਗਾ, ਕੰਪਿਊਟਰ ਦੇ ਵਿੱਚ ਲੌਜੀਕਲ ਰੀਜ਼ਨਿੰਗ ਦੇ ਵਿੱਚ ਇੰਟਰਸਟ ਸੀ, ਫਿਰ ਮੈਡੀਕਲ ਲਾਈਨ ਦੇ ਵਿੱਚ ਜਾਣ ਦਾ ਕਿਵੇਂ ਸੋਚਿਆ? मेडिकल लाइन मेरे लिए हमेशा एक प्रोफेशन, एक सब्जेक्ट, पैशन और इंटरेस्ट से क्रिएट हुआ है। बायो मेरे लिए एक इंटरेस्टिंग स्टार्टिंग से ही थी। 6th स्टैंडर्ड में बायो सबसे पहले लगी और बायो की बुक सबसे अच्छी रही। पैशन मेरा बना क्योंकि घर में सभी थे, तो वो लगता था कि आज जैसे डॉक्टर्स के लिए मेरी रिस्पेक्ट बहुत बड़ी हुई थी स्टार्टिंग से, और इंस्पिरेशन तो ऑफ कोर्स घर वालों से ही मिली। तो एक वो पैशन बन गया अंदर से कि बनना है, मेडिकल में जाना है। ਕਦੋਂ ਤੋਂ ਸੋਚਿਆ ਹੋਇਆ ਸੀ ਕਿ ਆਪਾਂ ਮੈਂ ਮੈਡੀਕਲ ਲਾਈਨ ਦੇ ਵਿੱਚ ਹੀ ਜਾਵਾਂ, ਮੈਡੀਕਲ ਲਾਈਨ ਦੇ ਵਿੱਚ ਕਰੀਅਰ ਬਣਾਵਾਂ? ਜਦੋਂ ਪਰਿਵਾਰ ਦੇ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਪਰਿਵਾਰ ਨੇ ਕੀ ਕਿਹਾ ਕਿ ਮੈਡੀਕਲ ਲਾਈਨ ਦੇ ਵਿੱਚ ਅੱਗੇ ਵਧਣ ਦੇ ਲਈ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ? उन्होंने मुझे फुली सपोर्ट किया, बिकॉज मेरे को खुला मतलब बोला हुआ था, तेरे को जो करना है तू कर, यू आर फुली इंडिपेंडेंट, वट एवर यू वॉन्ट टू डू यू डू। बट जब मैंने उनको बताया दैट येस आई वॉन्ट टू बी इन मेडिकल, सो दे वर फुली सपोर्टिव एंड दे येस दे डिड लाइक दैट नाउ यू हैव टू स्टडी मोर एंड मोर, यू हैव टू वर्क डिलिजेंटली, बट इट वॉज ऑल गुड एंड येस इट वॉज क्वाइट कोऑपरेटिव। ਜੇ ਆਪਾਂ ਮੈਡੀਕਲ ਦੀ ਗੱਲ ਕਰੀਏ ਤਾਂ ਤੁਸੀਂ ਹੁਣ ਮੈਡੀਕਲ ਦੇ ਸਟਰੀਮ ਦੇ ਵਿੱਚ ਹੀ +1 +2 ਕਰ ਰਹੇ ਹੋ, ਇਸ ਦੇ ਨਾਲ ਹੋਰ ਕੀ ਕੁਝ ਕੀਤਾ ਜਾ ਰਿਹਾ ਮੈਡੀਕਲ ਦੇ ਵਿੱਚ ਆਪਣੀ ਸਥਾਨ ਬਣਾਉਣ ਦੇ ਲਈ? मेडिकल में जैसे मम्मा जब कभी कभार दवाई देते हैं किसी पेशेंट को, या पापा कभी कभार देते, तो ऑलवेज आस्क कि आप क्या कर रहे हो, कैसे आता है ये सब कुछ। दादू कभी कभार मुझे कुछ बताते हैं कि ऐसे कर, नेक को कर, ऐसे ठीक हो जाएगी तेरी नेक। तो हमेशा पूछती हूँ यहाँ पे क्या इन्वॉल्वमेंट है, मतलब क्या आप इसके पीछे तोड़ क्या जो आप निकालते हो। तो फिर उसके कारण वो एक इंटरेस्ट बनता रहता है अंदर ही अंदर, एक थ्योरेटिकल सब्जेक्ट से निकल के एक प्रैक्टिकल एसेंस की तरफ हम लोग जाते हैं। ਕਲੀਨਿਕ ਦੇ ਵਿੱਚ ਤੁਹਾਡੇ ਮਦਰ ਵੀ ਜਾਂਦੇ ਨੇ, ਤੁਹਾਡੇ ਫਾਦਰ ਵੀ ਜਾਂਦੇ ਨੇ, ਗ੍ਰੈਂਡਫਾਦਰ ਵੀ ਕਲੀਨਿਕ ਦੇ ਵਿੱਚ ਬੈਠਦੇ ਨੇ, ਤੁਸੀਂ ਉਹਨਾਂ ਦੇ ਨਾਲ ਕਦੇ ਗਏ ਹੋ? ਕਿਵੇਂ ਦਾ ਲੱਗਦਾ ਹੈ ਜਦੋਂ ਪੇਸ਼ੈਂਟਸ ਆਉਂਦੇ ਨੇ, ਉਹ ਉਹਨਾਂ ਨੂੰ ਠੀਕ ਕਰਕੇ ਘਰ ਭੇਜਦੇ ਨੇ, ਕਿਵੇਂ ਦਾ ਲੱਗਦਾ ਹੈ, ਕੀ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਤੋਂ? बहुत अच्छा लगता है जब ये मतलब पेशेंट्स बोलते हैं कि आपने कल दवाई दी और आज काफ़ी फ़र्क महसूस हुआ, आप हमें वही सेम दवाई दो। या फिर लगता है कि मैं उस पे पहुंच पाऊंगी या नहीं पहुंच पाऊंगी, वो एक अंदर से हिंट आती है, डाउट की आती है। बट व्हेन आई हियर देम देन it feels so nice that when the patients come and they tell कि आज आपने हमें दवाई दी तो बहुत अच्छा लगा, तो मुझे अंदर से एक इंस्पिरेशन आती है कि मुझे भी वहाँ पे पहुँचना है। ਕਿੰਨਾ ਸਮਾਂ ਆਪਣੀ ਸਟੱਡੀ ਨੂੰ ਦੇ ਰਹੇ ਹੋ ਤੁਸੀਂ? दिन में 5 से 6 घंटे सेल्फ स्टडी और डाउट्स वगैरह ऑन द स्पॉट क्लियर करना क्लासेस में, घर आके वही सेम टॉपिक रिवाइज करना एंड टू आस्क द डाउट्स द नेक्स्ट डे। और कोई भी मतलब हिंट नहीं रहने देना जो आगे जाके एक बड़ी सी चीज़ में कन्वर्ट हो जाए, प्रॉब्लम आ जाए। डेली टू डेली वही सेम चीज़ें रिवाइज करना। ਮੋਟੀਵੇਟ ਕਿਵੇਂ ਕਰਦੇ ਹੋ ਖੁਦ ਨੂੰ ਸਟੱਡੀ ਦੇ ਲਈ? ਕਿਉਂਕਿ ਬਹੁਤ ਵਾਰ ਕਈ ਵਾਰ ਇਦਾਂ ਹੋ ਜਾਂਦਾ ਹੈ ਕਿ ਅਸੀਂ ਕੋਈ ਸਵਾਲ ਹੱਲ ਕਰ ਰਹੇ ਹਾਂ, ਉਹ ਨਹੀਂ ਹੋ ਰਿਹਾ, ਆਪਾਂ ਹਤਾਸ਼ ਹੋ ਜਾਂਦੇ ਹਾਂ। ਖੁਦ ਨੂੰ ਮੋਟੀਵੇਟ ਕਿਵੇਂ ਕਰਦੇ ਹੋ ਕਿ ਨਹੀਂ ਆਪਾਂ ਇਹ ਚੀਜ਼ ਨੂੰ ਕਰਨਾ ਹੈ, मैं सफल होना है? अपने आप को डॉक्टर्स के कोट में इमेजिन करके वाइट कोट के अंदर। ਵਾਈਟ ਕੋਟ ਦੇ ਵਿੱਚ ਆਪਾਂ ਫਿਊਚਰ ਦੇ ਵਿੱਚ ਦੇਖ ਸਕਦੇ ਹਾਂ ਕਿ ਮੇਰੇ ਨਾਲ ਪਲਾਕਸ਼ੀ ਵਾਈਟ ਕੋਟ ਦੇ ਵਿੱਚ ਬੈਠੇ ਹੋਣਗੇ। हाँ जी पक्का, हाँ जी।
ਹੋਰ ਪਲਕਸ਼ੀ ਨੂੰ ਕੀ ਪਸੰਦ ਹੈ? मुझे गाने सुनना बहुत पसंद है, नॉवल रीडिंग का बहुत शौक है। मतलब स्टार्टिंग से ही मेरे को था कि मेरे को बर्थडे गिफ्ट्स में अब कपड़े वगैरह मत दो, मुझे किताबें लेके दो। आई लव रीडिंग बुक्स। किस तरह की नॉवेल्स पढ़ना पसंद करते हो? फिक्शन पसंद है, थ्रिलर, मिस्ट्री, नॉन फिक्शन, और कभी कभार लाइफ एक्सपीरियंसेस किसी के बहुत ज़्यादा इंस्पायरिंग लगे तो वो पढ़ती हूँ। ਸਟ੍ਰੈਸ ਮੈਨੇਜਮੈਂਟ ਕਿਵੇਂ ਕਰਦੇ ਹੋ? ਕਿਉਂਕਿ ਜਦੋਂ ਆਪਾਂ ਸਟੱਡੀ ਕਰਦੇ ਹਾਂ ਕਈ ਵਾਰ ਸਾਡਾ ਦਿਮਾਗ ਵੀ ਥੱਕ ਜਾਂਦਾ ਹੈ, ਬਹੁਤ ਵਾਰ ਇਦਾਂ ਹੋ ਜਾਂਦਾ ਦਿਮਾਗ ਵੀ ਥੱਕ ਜਾਂਦਾ ਆ, ਤਾਂ ਕਿਵੇਂ ਆਪਣੇ ਆਪ ਨੂੰ ਫਿਰ ਥੋੜਾ ਮੋਟੀਵੇਟ ਕਰਦੇ ਹੋ, ਜਾਂ ਫਿਰ ਕਿਵੇਂ ਉਸ ਤੋਂ ਨਿਕਲ ਕੇ ਮੁੜ ਜਦੋਂ ਆਪਾਂ ਦੁਬਾਰਾ ਪੜ੍ਹਾਈ ਕਰਨ ਦੇ ਲਈ ਬੈਠਣਾ ਹੁੰਦਾ ਹੈ ਉਸ ਤੋਂ ਪਹਿਲਾਂ ਫਿਰ ਕਿਵੇਂ ਮੈਨੇਜमेंट ਕੀਤੀ ਜਾਂਦੀ है? हाँ जी, कभी कभार वॉक ले लेती हूँ, जैसे 10-15 मिनट की वॉक होगी, कभी गाने सुन लिए, घर में इधर उधर बातें कर ली, या फिर मतलब पानी पी लिया, कुछ भी ऐसा, थोड़ा सा मेडिटेशन वगैरह कर ली, थोड़ा सा, मतलब एनी हाउ आई डू इट। ਸੋਸ਼ਲ ਮੀਡੀਆ ਤੇ ਕਿੰਨਾ ਸਮਾਂ ਦੇ ਰਹੇ ਹੋ? सोशल मीडिया पे मेरे पास एज इट इज़ कोई सोशल मीडिया प्लेटफॉर्म नहीं है, मतलब ना स्नैपचैट, इंस्टाग्राम, ट्विटर, कुछ भी नहीं है। व्हाट्सएप है और अपना फ़ोन, जिस पर ऐसे फ्रेंड्स के साथ कभी बात हो गई, कोई ज़रूरी काम था तो उसके बारे में बात कर ली, तो अदरवाइज सोशल मीडिया में मेरी कोई इन्वॉल्वमेंट नहीं है। ਲੱਗਦਾ ਹੈ ਕਿ ਸਫਲਤਾ ਦਾ ਰਾਜ਼ ਹੈ ਵੀ ਹੈ ਕਿ ਆਪਾਂ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਰਹੇ। डेफिनेटली, बिकॉज मैं देखती हूँ मेरी फ्रेंड्स बोलती है पलक्षी तो इंस्टाग्राम पे नहीं है, तो मैं उनको कहती हूँ कि उस चीज़ का कोई फ़ायदा नहीं जो आगे जाके आपकी एडिक्शन बन जाए और आपको अपने गोल से डिस्ट्रैक्ट कर दे। तो फिर मेरे को कभी था ही नहीं सोशल मीडिया का। हम लोग फ्रेंड्स आपस में मिलते हैं तो वो एक सोशल मीडिया, मतलब वही हो गया, सोशल ही हो रहे हैं एक तरीके से। हाँ जी। ਜਿਹੜੇ ਬੱਚੇ ਪੜ੍ਹ ਰਹੇ ਨੇ, ਜਿਨ੍ਹਾਂ ਨੇ ਹੋਰ ਬੋਰਡ ਕਲਾਸਿਸ ਦੇ ਵਿੱਚ ਜਾਣਾ, ਉਹਨਾਂ ਦੇ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ? मेरा मैसेज यही रहेगा कि मेहनत करो, अपने आप को डिस्ट्रैक्ट मत होने दो, अपनी तरफ गोल ओरिएंटेड रहो, एंड यू विल अचीव व्हाट यू वांट। ਤੇ ਮੇਰੇ ਨਾਲ ਪਲਕਸ਼ੀ ਦੇ ਪੇਰੈਂਟਸ ਵੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਪਲਕਸ਼ੀ ਦੇ ਗ੍ਰੈਂਡ ਪੇਰੈਂਟਸ ਵੀ ਮੌਜੂਦ ਨੇ। ਹਰ ਇੱਕ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਫਲਤਾ ਦਾ ਕੀ ਰਾਜ਼ ਹੈ, ਪਲਕਸ਼ੀ ਕਿਵੇਂ 98.4% ਲਿੱਤੇ ਨੇ ਤੇ ਉਹ ਵੀ ਮੈਡੀਕਲ ਲਾਈਨ ਦੇ ਵਿੱਚ ਜਾ ਰਹੇ ਨੇ। ਗੱਲਬਾਤ ਕਰਦੇ ਹਾਂ। ਮੇਰੇ ਨਾਲ ਇਸ ਸਮੇਂ ਪਲਕਸ਼ੀ ਦੇ ਪੇਰੈਂਟਸ ਵੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਡਾਕਟਰ ਨੀਰਜ ਕਾਲਰਾ ਤੇ ਡਾਕਟਰ ਕਾਮਨਾ ਕਾਲਰਾ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਮੈਮ, ਪਲਕਸ਼ੀ ਦੇ 98.4% ਨੰਬਰ ਆਏ 10th ਦੇ ਵਿੱਚ, ਹੁਣ ਉਹ ਮੈਡੀਕਲ ਲਾਈਨ ਦੇ ਵਿੱਚ ਜਾ ਰਹੇ ਨੇ। ਕੀ ਲੱਗ ਰਿਹਾ, ਕੀ ਰਿਐਕਸ਼ਨ ਸੀਗਾ ਜਦੋਂ ਪਹਿਲੀ ਵਾਰ ਤੁਹਾਨੂੰ, ਜਦੋਂ ਉਹਨੇ ਆਪਣਾ ਰਿਜ਼ਲਟ ਸੁਣਾਇਆ ਸੀ? ਅਸੀਂ ਪਹਿਲਾਂ ਤਾਂ ਸਾਰੇ ਬਹੁਤ ਜ਼ਿਆਦਾ ਨਰਵਸ ਸੀਗੇ, ਸਭ ਆਸ-ਪਾਸ ਹੀ ਉਹਦੇ ਬੈਠੇ ਸੀਗੇ, ਮੋਬਾਈਲ ਦੇ ਉੱਤੇ ਲਗਾਤਾਰ ਦੇਖ ਰਹੇ ਸੀ ਵੀ ਕੀ ਬਣਨਾ। ਔਰ ਜਿੱਦਾਂ ਹੀ ਰਿਜ਼ਲਟ ਦੇਖਿਆ ਤੇ ਇੱਕਦਮ ਹੀ ਜੋ ਇੱਕ ਐਕਸਟ੍ਰੀਮ ਟੀਅਰਸ ਆਫ ਜੋਏ ਕਹ ਲਓ, ਇਸ ਤਰ੍ਹਾਂ ਸਾਰੇ ਅਸੀਂ ਇੱਕ ਵਾਰੀ ਰੋਣ ਹੀ ਲੱਗ ਗਏ ਵੀ ਹਾਂ ਵੀ ਇਤਨੇ ਅੱਛੇ ਮਾਰਕਸ ਆਏ। ਅਸੀਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕੀਤਾ ਆਪਣੀ ਬੇਟੀ ਦੇ ਉੱਤੇ। ਤੁਹਾਡੀ ਬੇਟੀ ਦੇ ਨਾਲ ਜਦੋਂ ਮੈਂ ਗੱਲਬਾਤ ਕਰ ਰਹੀ ਸੀ ਤਾਂ ਉਹ ਕਹਿ ਰਹੀ ਸੀ ਕਿ ਮੇਰੇ ਪੇਰੈਂਟਸ ਜਿਹੜੇ ਨੇ, ਮੇਰੀ ਫੈਮਿਲੀ ਹੀ ਮੇਰਾ ਸਪੋਰਟ ਸਿਸਟਮ ਹੈ। ਕਿਵੇਂ ਸਪੋਰਟ ਕਰਦੇ ਹੋ ਆਪਣੀ ਬੇਟੀ ਨੂੰ? ਪੜ੍ਹਨ ਦੇ ਲਈ ਮੋਟੀਵੇਟ ਕਿਵੇਂ ਕੀਤਾ ਜਾਂਦਾ ਹੈ? ਪੜ੍ਹਨ ਲਈ ਐਕਚੁਅਲੀ ਜਦੋਂ ਤੋਂ ਫਸਟ ਮਤਲਬ ਨਰਸਰੀ ਤੋਂ ਹੀ ਲੈ ਕੇ ਮੈਂ ਇਹਨੂੰ ਰੈਗੂਲਰ ਸਟੱਡੀ ਕਰਵਾਈ ਹੈ, ਜੋ ਸਕੂਲ 'ਚ ਕਰਵਾਇਆ ਗਿਆ। ਹਮੇਸ਼ਾ ਇਹਨੂੰ ਰੈਗੂਲਰ ਡੇਲੀ ਆ ਕੇ ਮਤਲਬ ਪੜ੍ਹਾਉਣਾ, ਇਹਨੂੰ ਦੱਸਿਆ ਹੋਇਆ ਵੀ ਆਪਣਾ ਡੇਲੀ ਦਾ ਡੇਲੀ ਕੰਮ ਰਿਵਾਈਜ਼ ਕਰਨਾ। ਔਰ ਕਿਸੇ ਵੇਲੇ ਅਗਰ ਡੀਮੋਟੀਵੇਟ ਫੀਲ ਕਰਦੀ ਤਾਂ ਕਹਿੰਦੇ ਬੇਟਾ ਕੁਛ ਨਹੀਂ ਹੁੰਦਾ, ਯੂ ਕੈਨ ਡੂ ਇਟ, ਹਾਂ ਟਰਾਈ ਅਗੇਨ ਐਂਡ ਅਗੇਨ, ਯੂ ਕੈਨ ਡੂ ਇਟ, ਯੂ ਕੈਨ ਅਚੀਵ ਯੂਰ ਗੋਲ। ਮੈਮ, ਅਸੀਂ ਅਕਸਰ ਵੇਖਦੇ ਹਾਂ ਕਿ ਪੇਰੈਂਟਸ ਦੇ ਵੱਲੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਬਹੁਤ ਵਾਰ, ਕਿ ਉਹਦੇ ਰਿਜ਼ਲਟ ਨੂੰ ਲੈ ਕੇ, ਐਗਜ਼ਾਮਸ ਨੂੰ ਲੈ ਕੇ। ਉਹਨਾਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਨਹੀਂ, ਸਾਨੂੰ ਬੱਚਿਆਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਆਪਣੇ ਇੰਟਰਸਟ ਨਾਲ ਮਤਲਬ ਪੜ੍ਹਨ ਦੇਣਾ ਚਾਹੀਦਾ, ਉਹਨਾਂ ਨੂੰ ਮੋਟੀਵੇਟ ਜ਼ਰੂਰ ਕਰਨਾ ਚਾਹੀਦਾ, ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ, ਪਰ ਉਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ। ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਬੱਚੇ ਕਈ ਵਾਰੀ ਫਿਰ ਗਲਤ ਕਦਮ ਉਠਾ ਲੈਂਦੇ ਨੇ, ਇਸ ਲਈ ਪ੍ਰੈਸ਼ਰਾਈਜ਼ ਤਾਂ ਬਿਲਕੁਲ ਨਹੀਂ ਆਪਣੇ ਬੱਚਿਆਂ ਨੂੰ ਕਰਨਾ ਚਾਹੀਦਾ। ਮੇਰੇ ਨਾਲ ਡਾਕਟਰ ਨੀਰਜ ਕਾਲਰਾ ਵੀ ਮੌਜੂਦ ਨੇ, ਜੋ ਕਿ ਪਲਕਸ਼ੀ ਦੇ ਪੇਰੈਂਟਸ ਨੇ। ਗੱਲ ਕਰਦੇ ਹਾਂ ਸਰ, ਪਲਕਸ਼ੀ ਦੇ ਜਦੋਂ 98.4% ਨੰਬਰ ਆਏ ਤੇ ਕੀ ਰਿਐਕਸ਼ਨ ਸੀਗਾ ਤੁਹਾਡਾ? ਮੈਂ ਬਹੁਤ ਪ੍ਰਾਊਡ ਫੀਲ ਕੀਤਾ ਸੀਗਾ ਵੀ ਬੱਚੇ ਨੇ ਸਾਡਾ ਨਾਮ ਰੌਸ਼ਨ ਕੀਤਾ ਆ, ਤੇ ਦਿਲੋਂ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਐਫਰਟਸ ਬੱਚਾ ਸਹੀ ਮਾਇਨੇ 'ਚ ਸਕਸੈਸਫੁਲ ਹੁੰਦਾ ਆ। ਤੇ ਪੇਰੈਂਟਸ ਲਈ ਇਹ ਤੋਂ ਉੱਪਰ ਖੁਸ਼ੀ ਦਾ ਹੋਰ ਕੁਛ ਨਹੀਂ। ਪੇਰੈਂਟਸ ਪੈਸੇ ਲਗਾਉਂਦੇ ਆ ਇਸੇ ਵਾਸਤੇ ਵੀ ਬੱਚਾ ਸਕਸੈਸਫੁਲ ਹੋਵੇ। ਜਦੋਂ ਬੱਚਾ ਉਸ ਚੀਜ਼ ਦੇ ਉੱਪਰ ਖਰਾ ਉਤਰਦਾ ਬਿਲਕੁਲ, ਤੇ ਬਹੁਤ ਖੁਸ਼ੀ ਹੁੰਦੀ ਆ। ਪ੍ਰਾਊਡ ਪੇਰੈਂਟਸ ਫੀਲ ਕਰਦਾ ਉਸ ਵੇਲੇ ਬਹੁਤ। ਸਰ, ਜੇ ਮੈਂ ਗੱਲ ਕਰਾਂ ਪਰਿਵਾਰ ਦੀ, ਤਾਂ ਮੈਡੀਕਲ ਲਾਈਨ ਦਾ ਪਰਿਵਾਰ ਰਿਹਾ ਹੈ। ਦਾਦਾ ਜੀ ਵੀ ਮੈਡੀਕਲ ਦੇ ਵਿੱਚ ਸੀਗੇ, ਤੁਸੀਂ ਵੀ ਮੈਡੀਕਲ ਲਾਈਨ ਦੇ ਵਿੱਚ ਹੋ, ਪਲਕਸ਼ੀ ਵੀ ਅੱਗੇ ਮੈਡੀਕਲ ਲਾਈਨ ਦੇ ਵਿੱਚ ਜਾਣਾ ਚਾਹੁੰਦੀ ਹੈ। ਕਿਵੇਂ ਸਪੋਰਟ ਕਰ ਰਹੇ ਹੋ ਉਹਨਾਂ ਨੂੰ? ਮੇਰੇ ਵੱਲੋਂ ਮੈਮ ਜੋ ਵੀ ਸਪੋਰਟ ਦੀ ਲੋੜ ਹੁੰਦੀ ਹੈ, ਕਿਸੇ ਤਰ੍ਹਾਂ ਦੀ ਗਾਈਡੈਂਸ ਦੀ, ਜਾਂ ਫਿਰ ਕੋਈ ਵੀ ਚੀਜ਼ ਚਾਹੀਦੀ ਆ, ਟਾਈਮ 'ਤੇ ਪ੍ਰੋਵਾਈਡ ਕਰਨਾ ਮੇਰਾ ਇੱਕ ਫਰਜ਼ ਹੋ ਜਾਂਦਾ। ਹੋਰ ਬਾਕੀ ਮੋਰਲ ਸਪੋਰਟ ਹੀ ਹੁੰਦੀ ਹੈ, ਪੇਰੈਂਟਸ ਦੇ ਸਕਦੇ ਆ। ਪਰਫਾਰਮ ਤਾਂ ਬੱਚਾ ਆਪਣੀ ਮਿਹਨਤ ਨਾਲ ਹੀ ਕਰ ਪਾਉਂਦਾ ਆ। ਘਰ ਦੇ ਵਿੱਚ ਅੱਛਾ ਮਾਹੌਲ ਬਣਿਆ ਰਹੇ, ਬਸ ਉਹ ਮਾਹੌਲ ਡਿਸਟਰਬ ਨਾ ਹੋਵੇ, ਔਰ ਬੱਚੇ ਨੂੰ ਹੋਮਲੀ ਇੱਕ ਇਨਵਾਇਰਨਮੈਂਟ ਮਿਲੇ, ਪ੍ਰੋਪਰ ਬੱਚਾ ਪੜ੍ਹ ਸਕੇ, ਬਸ ਇਹੀ ਕਰ ਸਕਦੇ।
ਸਰ ਪਲਕਸ਼ੀ ਦੇ ਵੱਲੋਂ ਖੁਦ ਡਿਸੀਜਨ ਲਿਆ ਗਿਆ ਸੀ ਮੈਡੀਕਲ ਲਾਈਨ 'ਚ ਜਾਣ ਦਾ, ਜਾਂ ਫਿਰ ਤੁਹਾਡੇ ਵੱਲੋਂ ਸੀਗਾ ਕਿ ਸਾਰੀ ਫੈਮਿਲੀ ਮੈਡੀਕਲ ਲਾਈਨ ਦੇ ਵਿੱਚ ਹੈ, ਤੁਸੀਂ ਵੀ ਮੈਡੀਕਲ ਲਾਈਨ ਦੇ ਵਿੱਚ ਜਾਓ? ਨਹੀਂ ਮੈਮ, ਅਸੀਂ ਪ੍ਰੈਸ਼ਰਾਈਜ਼ ਕਦੀ ਨਹੀਂ ਕੀਤਾ। ਉਹਦਾ ਬੱਚੇ ਦਾ ਪਰਸਨਲ ਡਿਸੀਜਨ ਹੁੰਦਾ, ਔਰ ਮੈਨੂੰ ਲੱਗਦਾ ਕਦੀ ਵੀ ਪ੍ਰੈਸ਼ਰਾਈਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿਸੇ ਬੈਕ ਆਫ ਮਾਈਂਡ ਜੇ ਤੁਸੀਂ ਪ੍ਰੈਸ਼ਰਾਈਜ਼ ਕਰਕੇ ਉਹਨੂੰ ਅੱਜ ਕਰਵਾ ਵੀ ਲਓਗੇ ਕੁਛ, ਉਹਦੇ ਮਨ 'ਚ ਹਮੇਸ਼ਾ ਸਾਰੀ ਜ਼ਿੰਦਗੀ ਰਹੇਗਾ ਜੇ ਮੈਂ ਉਹਦੇ 'ਚ ਕਰਦੀ ਸ਼ਾਇਦ ਜ਼ਿਆਦਾ ਅੱਛਾ ਪਰਫਾਰਮ ਕਰਦੀ। ਤੇ ਇਸ ਕਰਕੇ ਆਪਾਂ ਕਦੀ ਪ੍ਰੈਸ਼ਰਾਈਜ਼ ਨਹੀਂ ਕੀਤਾ ਉਹਨੂੰ, ਉਹਦਾ ਆਪਣਾ ਪਰਸਨਲ ਡਿਸੀਜਨ ਹੈ। ਸਰ ਮੈਂ ਪਲਕਸ਼ੀ ਨਾਲ ਜਦੋਂ ਗੱਲ ਕਰ ਰਹੀ ਸੀ, ਉਹ ਕਹਿੰਦੀ ਕਿ ਮੈਂ ਕਲੀਨਿਕ ਤੇ ਵੀ ਜਾਂਦੀ ਰਹਿੰਦੀ ਹਾਂ, ਦੇਖਦੀ ਰਹਿੰਦੀ ਹਾਂ ਕਿ ਪਰਿਵਾਰ ਕੀ ਕਰ ਰਿਹਾ ਹੈ, ਪੇਸ਼ੈਂਟਸ ਆਉਂਦੇ ਨੇ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹ ਠੀਕ ਹੋ ਕੇ ਚਲੇ ਜਾਂਦੇ ਨੇ। ਤਾਂ ਬਚਪਨ ਤੋਂ ਹੀ ਤੁਸੀਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਸੀ, ਕੀ ਕੁਝ ਅਬਜ਼ਰਵ ਕਰਦੀ ਸੀ ਉੱਥੇ? ਉਹ ਜ਼ਿਆਦਾਤਰ ਇਹੀ ਇੰਸਟਰੂਮੈਂਟ ਜਿਹੜੇ ਮੈਡੀਕਲ ਲਾਈਨ ਦੇ ਇੰਸਟਰੂਮੈਂਟਸ ਹੁੰਦੇ ਆ ਉਹਨਾਂ ਵਿੱਚ ਇੰਟਰਸਟ ਜ਼ਿਆਦਾ ਦਿਖਾਉਂਦੀ ਸੀਗੀ। ਪੇਸ਼ੈਂਟ ਅਸੀਂ ਕਿੱਦਾਂ ਦੇਖਦੇ ਹਾਂ, ਮਤਲਬ ਜਦੋਂ ਕਲੀਨਿਕ ਤੇ ਆਉਂਦੀ ਸੀ ਉਹ ਵੀ ਕੋਸ਼ਿਸ਼ ਕਰਦੀ ਸੀ ਵੀ ਮੈਂ ਵੀ ਇੱਕ ਵਾਰੀ ਮੈਡੀਸਨ ਲਿਖ ਕੇ ਦੇਖਾਂ, ਭਾਵੇਂ ਉਹਨੂੰ ਆਉਂਦਾ ਸੀ ਨਹੀਂ ਆਉਂਦਾ ਸੀ, ਪੈਨ ਫੜ ਲੈਣਾ, ਪੇਪਰ ਫੜ ਲੈਣਾ, ਉੱਥੇ ਮੈਡੀਸਨ ਲਿਖ ਕੇ ਦੇਖਣੀਆਂ। ਬਟ ਉਹ ਸ਼ੁਰੂ ਤੋਂ ਇੰਟਰਸਟ ਇਹਦੇ ਵਿੱਚ ਸ਼ੋਅ ਕਰ ਰਹੀ ਸੀਗੀ। ਸ਼ੁਰੂ ਤੋਂ ਹੀ ਲੱਗਦਾ ਸੀ ਕਿ ਡਾਕਟਰੀ ਲਾਈਨ ਦੇ ਵਿੱਚ ਜਾਏਗੀ? ਉਸ ਵੇਲੇ ਤਾਂ ਲੱਗਦਾ ਹੀ ਸੀਗਾ, ਜਦੋਂ ਅੱਗੇ ਹੁਣ ਰਿਜ਼ਲਟਸ ਅੱਛੇ ਆਉਣਗੇ ਫਿਰ ਦੇਖੋ ਕਿਆ। ਮੇਰੇ ਨਾਲ ਪਲਕਸ਼ੀ ਦੇ ਗ੍ਰੈਂਡ ਪੇਰੈਂਟਸ ਵੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਮੈਮ, ਜਦੋਂ ਪਲਕਸ਼ੀ ਦੇ 98.4% ਨੰਬਰ ਆਏ ਸੀ, ਕਿਵੇਂ ਦਾ ਲੱਗ ਰਿਹਾ ਸੀ? ਆਪਣੀ ਪੋਤੀ ਦੇ ਇੰਨੇ ਵਧੀਆ ਨੰਬਰ ਉਸਨੇ ਹਾਸਿਲ ਕੀਤੇ ਨੇ, ਜਲੰਧਰ ਜ਼ਿਲ੍ਹੇ ਦੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਉਸ ਟਾਈਮ ਬਹੁਤ ਜ਼ਿਆਦਾ ਖੁਸ਼ੀ ਹੋਈ। ਪਹਿਲੇ ਤਾਂ ਬਹੁਤ ਟੈਨਸ਼ਨ ਬੈਠ ਸੀ ਕਿ ਸਾਰੇ ਜਾਣੇ ਵੀ ਪਤਾ ਨਹੀਂ ਕੀ ਬਣਨਾ ਰਿਜ਼ਲਟ ਦਾ। ਫਿਰ ਪਲਕਸ਼ੀ ਵੀ ਬਹੁਤ ਜ਼ਿਆਦਾ ਸੀਗੀ ਟੈਂਸ, ਲੇਕਿਨ ਫਿਰ ਜੋ ਰਿਜ਼ਲਟ ਆਇਆ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ। ਸਾਰੇ ਹਮ ਇੰਨੇ ਜ਼ਿਆਦਾ ਖੁਸ਼ ਹੋਏ ਸਾਰੇ ਕਿ ਬਈ ਕਹਿ ਨਹੀਂ ਸਕਦੇ ਅਸੀਂ, ਕਿ ਫਿਰ ਦਾਦੀ ਨੂੰ ਤਾਂ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਮੈਮ, ਦਾਦੀ ਪੋਤੀ ਦਾ ਜਿਹੜਾ ਰਿਸ਼ਤਾ ਹੁੰਦਾ ਨਾ, ਇੱਕ ਦੂਸਰੇ ਦੇ ਨਾਲ ਕੋਈ ਵੀ ਗੱਲ ਸਾਂਝੀ ਕਰਨ ਲੱਗੇ ਝਿਜਕਦੇ ਨਹੀਂ ਨੇ। ਜਦੋਂ ਵੀ ਉਹ ਤੁਹਾਡੇ ਕੋਲ ਆਉਂਦੇ ਸੀ ਕੋਈ ਆਪਣੀ ਸਮੱਸਿਆ ਲੈ ਕੇ, ਤਾਂ ਕਿਵੇਂ ਸੁਲਝਾਇਆ ਜਾਂਦਾ ਸੀ ਪੜ੍ਹਾਈ ਨੂੰ ਲੈ ਕੇ? ਇਹ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਮਿਕਸਅਪ ਹੈਗੀ ਹੈ। ਬਿਲਕੁਲ ਬੇਟੀ ਹੈ ਮੇਰੀ, ਪੋਤੀ ਨਹੀਂ ਮੈਂ ਕਹਿੰਦੀ ਹੁੰਦੀ, ਬੇਟੀ ਹੈ ਮੇਰੀ। ਕਿਉਂਕਿ ਬਹੁਤ ਜ਼ਿਆਦਾ ਮੇਰੇ ਕੋਲ ਹਰ ਗੱਲ ਲੈ ਕੇ ਮੇਰੇ ਕੋਲ ਆਉਂਦੀ। ਪਹਿਲਾਂ ਸਕੂਲ ਦੀ ਕੋਈ ਹੋਵੇ, ਖੁਸ਼ ਹੋਵੇ, ਪਹਿਲਾਂ ਮੈਨੂੰ ਪੁੱਛਦੀ ਆ ਕਿੱਦਾਂ ਦਾਦੀ ਇੱਦਾਂ ਹੋ ਗਿਆ, ਅੱਜ ਇੱਦਾਂ ਹੋ ਗਿਆ। ਜੋ ਵੀ ਕੋਈ ਗੱਲ ਹੋਵੇ ਇਹਨੇ ਮੇਰੇ ਨਾਲ ਜ਼ਰੂਰ ਕਰਨੀ ਆ ਕੇ। ਬਹੁਤ ਜ਼ਿਆਦਾ ਮੇਰੀ ਬੇਟੀ ਹੈ, ਇੱਕ ਤਰ੍ਹਾਂ ਪੋਤੀ ਨਹੀਂ। ਸਮੱਸਿਆ ਦਾ ਹੱਲ ਕਿਵੇਂ ਦੱਸਿਆ ਜਾਂਦਾ? ਫਿਰ ਦਾਦੀ ਕਿਵੇਂ ਸਮਝਾਉਂਦੇ ਨੇ ਕਿ ਇਸ ਸਮੱਸਿਆ ਨੂੰ ਇੱਦਾਂ ਹੱਲ ਕਰ ਲਿਆ ਜਾਵੇ, ਇੱਦਾਂ ਨਹੀਂ ਇੱਦਾਂ ਕਰ ਲਓ? ਫਿਰ ਮੈਂ ਕਹਿੰਦੀ ਵੀ ਤੂੰ ਸਮਝਦਾਰ ਹੈ, ਆਪਣੇ ਜਿਹੜੀ ਜੋ ਵੀ ਤੇਰੀ ਸਮੱਸਿਆ ਹੈਗੀ ਆ, ਜ਼ਿਆਦਾ ਨਹੀਂ ਉਹਨੂੰ ਖਿੱਚੀਦਾ। ਥੋੜਾ ਸਾ ਜੇ ਉੱਪਰ ਫਰੈਂਡਸ ਨਾਲ ਕੋਈ ਗੱਲ ਹੋਈ ਹੈ ਤਾਂ ਕੁਛ ਹੋਇਆ ਸਕੂਲ 'ਚ ਆ ਕੇ ਦੱਸੂਗੀ। ਫਿਰ ਮੈਂ ਕਹਿੰਦੀ ਨਹੀਂ, ਤੇਰਾ ਆਪ ਥੋੜਾ ਲੀਨੇਟ ਹੋ ਜਾਓ ਨਾ, ਤੁਸੀਂ ਜ਼ਿਆਦਾ ਗੱਲ 'ਚ ਉਹ ਆਪੇ ਤੇ ਨਾਲ ਮਿਕਸਅਪ ਹੋ ਜਾਣਗੀਆਂ। ਤੁਹਾਨੂੰ ਲੱਗਦਾ ਹੈ ਕਿ ਪੂਰਾ ਪਰਿਵਾਰ ਡਾਕਟਰ ਹੈ? ਤੁਹਾਨੂੰ ਲੱਗਦਾ ਹੈ ਕਿ ਹੋਰ ਪਰਿਵਾਰ ਨੂੰ ਡਾਕਟਰ ਮਿਲਣ ਜਾ ਰਿਹਾ ਹੈ? ਬਹੁਤ ਖੁਸ਼ੀ ਹੈ ਵੀ ਹੋਰ ਡਾਕਟਰ ਬਣੇਗੀ, ਇਹ ਵੀ ਡਾਕਟਰ ਬਣੇ, ਕਿਉਂਕਿ ਸਾਰਿਆਂ ਦੀ ਇਹੀ ਵਿਲਿੰਗ ਸੀ ਕਿ ਵੀ ਡਾਕਟਰ ਬਣਨਾ ਚਾਹੀਦਾ ਇਹਨੂੰ। ਕਿਉਂਕਿ ਇਹਦੀ ਸ਼ੁਰੂ ਤੋਂ ਆਪ ਹੀ ਸੀਗਾ ਕਿ ਮੈਂ ਡਾਕਟਰ ਬਣਨਾ। ਤੇ ਹੁਣ ਮਾਰਕਸ ਆ ਗਏ, ਹੁਣ ਥੋੜਾ ਜਿਹਾ ਵੀ ਚਲੋ ਅੱਗੋਂ ਮਿਹਨਤ ਕਰੇ ਤਾਂ ਫਿਰ ਜ਼ਰੂਰ ਬਣੂਗੀ। ਮੇਰੇ ਨਾਲ ਇਸ ਸਮੇਂ ਪਲਕਸ਼ੀ ਦੇ ਦਾਦਾ ਜੀ ਵੀ ਮੌਜੂਦ ਨੇ, ਡਾਕਟਰ BS ਕਾਲਰਾ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਪਲਕਸ਼ੀ ਦੇ ਜਦੋਂ 98.4% ਨੰਬਰ ਆਏ, ਦੂਸਰਾ ਸਥਾਨ ਉਸਨੇ ਪੂਰੇ ਜ਼ਿਲ੍ਹੇ ਦੇ ਵਿੱਚ ਹਾਸਿਲ ਕੀਤਾ ਸੀ, ਕੀ ਰਿਐਕਸ਼ਨ ਸੀਗਾ, ਕੀ ਲੱਗ ਰਿਹਾ ਸੀ? ਉਸ ਟਾਈਮ ਮੇਰੀਆਂ ਅੱਖਾਂ ਦੇ ਵਿੱਚ ਜਿਹੜੇ ਆਂਸੂ ਸੀਗੇ ਖੁਸ਼ੀ ਦੇ ਸੀਗੇ। ਇਸ ਤੋਂ ਜ਼ਿਆਦਾ ਖੁਸ਼ੀ ਮੈਂ ਹੋਰ ਦੱਸ ਨਹੀਂ ਸਕਦਾ। ਤੁਸੀਂ ਇਸ ਸਮੇਂ ਵੀ ਕਾਫੀ ਭਾਵੁਕ ਹੋ ਰਹੇ ਹੋ। ਤੁਹਾਡੀ ਬੇਟੀ ਨੇ ਇੰਨੇ ਵਧੀਆ ਨੰਬਰ ਹਾਸਿਲ ਕੀਤੇ ਸੀਗੇ, ਉਦੋਂ ਕਿਵੇਂ ਹੌਸਲਾ ਅਫਜ਼ਾਈ ਕੀਤੀ ਸੀਗੀ, ਕਿੰਨੀ ਕੁ ਨਰਵਸਨੈਸ ਦੇਖੀ ਜਾ ਰਹੀ ਸੀ? ਜਿਸ ਤਰ੍ਹਾਂ ਇਹ ਕਹਿੰਦੀ ਮੈਂ ਉਸ ਤਰ੍ਹਾਂ ਕਰਨ ਨੂੰ ਤਿਆਰ ਹਾਂ। ਕੋਈ ਵੀ ਇਹਦੀ ਰਿਕੁਆਇਰਮੈਂਟ ਹੋਵੇ ਮੈਂ ਪੂਰੀ ਕਰ ਦੇਣੀ। ਸਰ, ਤੁਸੀਂ ਵੀ ਡਾਕਟਰ ਹੋ, ਤੁਹਾਡੇ ਬੱਚੇ ਵੀ ਡਾਕਟਰ ਨੇ, ਹੁਣ ਪਲਕਸ਼ੀ ਵੀ ਡਾਕਟਰ ਬਣਨਾ ਚਾਹੁੰਦੀ ਹੈ, ਕਿਵੇਂ ਸਪੋਰਟ ਕਰ ਰਹੇ ਹੋ ਉਹਨੂੰ? ਇਹਨੂੰ ਇਸ ਤਰ੍ਹਾਂ ਵੀ ਜਿਹੜੀ ਤੈਨੂੰ ਚੀਜ਼ ਦੀ ਲੋੜ ਹੈ ਤੂੰ ਦੱਸ, ਅਸੀਂ ਦੇਵਾਂਗੇ। ਜਿਹੜਾ ਸਬਜੈਕਟ ਤੈਨੂੰ ਚਾਹੀਦਾ ਪੜ੍ਹਨਾ ਹੈ ਪੜ੍ਹ ਲੈ, ਜੋ ਬਣਨਾ ਬਣ ਲੈ। ਕਦੀ ਇਹਨੂੰ ਕਿਸੇ ਨੇ ਵੀ ਘਰ ਦੇ ਵਿੱਚ ਫੋਰਸ ਨਹੀਂ ਸੀ ਕੀਤਾ ਕਿ ਆਹ ਨਹੀਂ ਬਣਨਾ, ਆਹ ਨਹੀਂ ਬਣਨਾ। ਇਹਨੇ ਕਿਹਾ ਡਾਕਟਰ ਬਣਨਾ। ਮੈਂ ਕਿਹਾ ਵੈਰੀ ਗੁੱਡ। ਸਰ, ਬਚਪਨ ਤੋਂ ਹੀ ਪਲਕਸ਼ੀ ਤੁਹਾਡੇ ਨਾਲ ਕਲੀਨਿਕ ਤੇ ਜਾਂਦੀ ਹੁੰਦੀ ਸੀ? ਉੱਥੇ ਜ਼ਿਆਦਾ ਇਹ ORS ਦਾ ਲਿਕੁਇਡ ਪਿਆ ਹੁੰਦਾ ਸੀ, ਉਹ ਚੁੱਕ ਕੇ ਪੀਂਦੀ ਸੀ ਕਿ ਜ਼ਿਆਦਾ। ਮੇਰੇ ਬੱਚੇ ਦੂਜੇ ਵੀ ਜਾਂਦੇ ਸੀ, ਕੋਈ ਟੌਨਿਕ ਪਿਆ ਹੋਣਾ ਚੁੱਕ ਕੇ ਲਿਆਉਣਾ, ਘਰ ਲਿਆ ਕੇ ਉਹਨਾਂ ਨੇ ਪੀਣਾ। ਕਲੀਨਿਕ ਦਾ ਤੇ ਘਰ ਦਾ ਡਿਸਟੈਂਸ ਉਦੋਂ ਬਹੁਤ ਘੱਟ ਸੀਗਾ, ਤੇ ਮੈਂ ਕਦੀ ਇਹਨਾਂ ਨੂੰ ਕੁਛ ਨਹੀਂ ਸੀ ਕਿਹਾ ਵੀ ਜੋ ਖਾਣਾ ਤਾਂ ਮੈਨੂੰ ਦੱਸੋ ਮੈਂ ਲਿਆਵਾਂ। ਬਹੁਤ ਸਾਰੇ ਲੋਕ ਤੁਹਾਨੂੰ ਵਧਾਈਆਂ ਦੇ ਰਹੇ ਹੋਣਗੇ, ਕੀ ਕੁਝ ਫੋਨ ਆ ਰਹੇ ਨੇ, ਕੀ ਕੁਝ ਕਿਹਾ ਜਾ ਰਿਹਾ ਹੈ ਤੁਹਾਡੇ ਚਾਹਵਾਂ ਨੂੰ? ਵਧਾਈਆਂ ਇਸ ਖੁਸ਼ੀ ਦਾ ਦੇ ਰਹੀਆਂ ਕਿ ਪੋਤੀ ਤੁਹਾਡੀ ਹੋਵੇ ਤਾਂ ਇੱਦਾਂ ਦੀ ਹੋਵੇ। ਮਾਣ ਮਹਿਸੂਸ ਹੁੰਦਾ ਹੈ? ਬੜੀ ਖੁਸ਼ੀ ਮਹਿਸੂਸ ਹੁੰਦੀ ਮੈਨੂੰ ਜਦੋਂ ਆ ਕੇ ਕਹਿੰਦਾ ਜੀ ਪੋਤੀ ਤੁਹਾਡੀ ਦੀ ਫੋਟੋ ਦੇਖੀ ਹੈ।